ਸਤਿ ਸ਼੍ਰੀ ਅਕਾਲ ਦੋਸਤੋ, ਸਕਰੋਲ ਪੰਜਾਬ ਨਾਲ ਜੁੜੇ ਹੋ। ਮੈਂ ਸਿਮਰਦੀਪ ਸਿੰਘ। ਅੰਮ੍ਰਿਤਸਰ ਦੇ ਵਿੱਚ ਕਈ ਐਸੀਆਂ ਜਗ੍ਹਾ ਕਹਿ ਸਕਦੇ ਹਾਂ ਜੋ ਅੰਗਰੇਜ਼ਾਂ ਦੇ ਸਮੇਂ ਤੋਂ ਬਣੀਆਂ ਹੋਈਆਂ ਨੇ, ਪਰ ਉਹਨਾਂ ਦੀ ਰੱਖ ਰਖਾਵ ਜਿਹੜੀ ਮੁਰੰਮਤ ਆ ਕਹਿ ਸਕਦੇ ਹਾਂ ਹਜੇ ਤੱਕ ਨਹੀਂ ਕੀਤੀ ਗਈ, ਤੇ ਉਹਦਾ ਇੱਕ ਕਹਿ ਸਕਦੇ ਹਾਂ ਕਿ ਘਟਨਾਵਾਂ ਦਾ ਕਾਰਨ ਵੀ ਬਣਦੀਆਂ ਨੇ। ਤੇ ਇਸ ਵਕਤ ਅਸੀਂ ਰੀਗੋ ਬ੍ਰਿਜ ਦੇ ਉੱਪਰ ਮੌਜੂਦ ਆ, ਜਿਸ ਨੂੰ ਅੰਗਰੇਜ਼ਾਂ ਦੇ ਸਮੇਂ ਤੋਂ ਬਣਾਇਆ ਗਿਆ ਸੀ, ਪਰ ਉਸ ਦੀ ਜਿਹੜੀ ਕਹਿ ਸਕਦੇ ਹਾਂ ਮੁਰੰਮਤ ਦੁਬਾਰਾ ਨਹੀਂ ਕੀਤੀ ਗਈ, ਤੇ ਕਿਤੇ ਨਾ ਕਿਤੇ ਉਹ ਜਿਹੜਾ ਪੁੱਲ ਆ ਟੁੱਟਦਾ ਦਿਖਾਈ ਦੇ ਰਿਹਾ, ਤੇ ਐਕਸੀਡੈਂਟ ਦੇ ਕਾਰਨ ਬਣ ਸਕਦੇ ਨੇ। ਤਾਂ ਇੱਕ ਵਾਰ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਦਿੰਦੇ ਆ ਕਿ ਕਾਫੀ ਦੇਰ ਤੋਂ ਜਿਹੜਾ ਇਹ ਪੁੱਲ ਆ ਕੰਸਟਰਕਸ਼ਨ ਤੇ ਸੀਗਾ, ਤੇ ਉਸ ਤੋਂ ਬਾਅਦ ਜਿਹੜਾ ਕਾਫੀ ਟੁੱਟਣ ਦੇ ਕਾਰਨ ਇਹਦੇ ਤੇ ਵੱਡੀਆਂ ਗੱਡੀਆਂ ਦਾ ਆਣਾ ਜਾਣਾ ਜਿਹੜਾ ਬੰਦ ਕਰ ਦਿੱਤਾ ਗਿਆ। ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਜਿੱਥੇ ਬੈਰੀਕੇਡਿੰਗ ਕਰ ਦਿੱਤੀ ਗਈ ਆ, ਵੱਡੇ ਵੱਡੇ ਪੱਥਰ ਜਾਂ ਆਪਾਂ ਗ੍ਰਿਲਾਂ ਕਹਿ ਸਕਦੇ ਆ ਲੱਗ ਚੁੱਕੀਆਂ ਨੇ, ਗਾਰਡਰ ਲੱਗ ਚੁੱਕੇ ਨੇ, ਤਾਂ ਜੋ ਵੱਡੀਆਂ ਗੱਡੀਆਂ ਨੇ ਜਿਹੜੀਆਂ ਇੱਥੋਂ ਨਾ ਲੰਘ ਸਕਣ ਤੇ ਇਸ ਪੁੱਲ ਦਾ ਜਿਹੜਾ ਜ਼ਿਆਦਾ ਕੋਈ ਜਾਨੀ ਨੁਕਸਾਨ ਨਾ ਹੋਵੇ। ਤੇ ਇਸ ਤੋਂ ਬਾਅਦ ਜਿਹੜਾ ਇੰਪਰੂਵਮੈਂਟ ਟਰਸਟ ਦੇ ਬੰਦਿਆਂ ਨਾਲ ਵੀ ਗੱਲਬਾਤ ਕੀਤੀ ਗਈ ਸੀ ਕਿ ਜਿਹਦੇ ਕਾਰਨ ਇਹ ਰਸਤਾ ਉਹਨਾਂ ਵੱਲੋਂ ਬੰਦ ਕਰ ਦਿੱਤਾ ਗਿਆ। ਫਿਰ ਉਸ ਤੋਂ ਬਾਅਦ ਜਿਹੜੀ ਇਸ ਦੀ ਮੁਰੰਮਤ ਉਹ ਵੀ ਜਲਦੀ ਕਰਵਾਈ ਜਾਏਗੀ। ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਸਿਰਫ ਇੱਥੋਂ 2 ਵੀਲਰ ਜਾਂ ਕੋਈ ਸਾਈਕਲਾਂ ਵਾਲੇ ਹੀ ਲੋਕ ਇੱਥੋਂ ਲੰਘ ਸਕਦੇ ਨੇ, ਤਾਂ ਜੋ ਕੋਈ ਵੱਡੀ ਗੱਡੀ ਦਾ ਭਾਰ ਇਸ ਪੁੱਲ ਤੇ ਪੈ ਕੇ ਟੁੱਟ ਨਾ ਜਾਵੇ। ਤਾਂ ਇੱਕ ਵਾਰ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਤਸਵੀਰਾਂ ਵੀ ਇੱਕ ਵਾਰ ਸਾਂਝੀਆਂ ਕੀਤੀਆਂ ਜਾਣ ਇਸ ਪੁੱਲ ਦੀਆਂ, ਜੋ ਸਟੇਸ਼ਨ ਤੋਂ ਹੁੰਦਾ ਹੋਇਆ ਲੋਹਗੜ੍ਹ ਨੂੰ ਜਾਂਦਾ ਹੈ, ਤੇ ਇਸ ਨੂੰ ਰੀਗੋ ਬ੍ਰਿਜ ਦਾ ਨਾਮ ਹੈ ਜਿਹੜਾ ਦਿੱਤਾ ਗਿਆ। ਇੱਥੇ ਕਾਫੀ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਤੇ ਕੰਸਟਰਕਸ਼ਨ ਦਾ ਕੰਮ ਨਹੀਂ ਹੋਇਆ, ਜਿਸ ਕਾਰਨ ਇੱਥੇ ਟੁੱਟਣ ਦਾ ਨੁਕਸਾਨ ਵੀ ਇੱਕ ਹੋ ਸਕਦਾ ਹੈ, ਕਿਉਂਕਿ ਤਾਂ ਟੁੱਟਣ ਦਾ ਵੀ ਡਰ ਰਹਿੰਦਾ ਹੈ। ਕਿਉਂਕਿ ਗੱਲ ਕੀਤੀ ਜਾਵੇ ਉਸ ਤੋਂ ਪਹਿਲਾਂ ਭੰਡਾਰੀ ਪੁੱਲ ਸੀਗਾ, ਉਸ ਦੀ ਮੁਰੰਮਤ ਵੀ ਕਾਫੀ ਦੇਰ ਪਹਿਲਾਂ ਨਹੀਂ ਹੋਈ ਸੀਗੀ, ਤੇ ਉੱਥੇ ਇੱਕ ਟਰੱਕ ਦਾ ਜਿਹੜਾ ਆ ਪਲਟ ਜਾਣਾ, ਪੁੱਲ ਟੁੱਟ ਜਾਣਾ, ਉਹ ਉੱਥੇ ਰੇਲਵੇ ਟਰੈਕ ਦੇ ਉੱਪਰ ਡਿੱਗ ਜਾਂਦਾ, ਉਹ ਵੀ ਇੱਕ ਬੜੀ ਵੱਡੀ ਘਟਨਾ ਵਾਪਰੀ ਸੀਗੀ। ਪਰ ਗੱਲ ਇਹ ਹੈ ਕਿ ਉਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਸੀ ਹੋਇਆ। ਤੇ ਹੁਣ ਸੇਮ ਜਿਹੜਾ ਇੱਕ ਕਹਿ ਸਕਦੇ ਆ ਸਿਚੁਏਸ਼ਨ ਕ੍ਰੀਏਟ ਹੋਈ ਪਈ ਆ, ਇਸ ਪੁੱਲ ਦੀ ਟੁੱਟਣ ਦਾ ਇੱਕ ਕਹਿ ਸਕਦੇ ਆ ਕਾਰਨ ਬਣ ਚੁੱਕਿਆ। ਪਰ ਗੱਲ ਕੀਤੀ ਜਾਵੇ ਵੱਡੀਆਂ ਗੱਡੀਆਂ ਦਾ ਬੰਦ ਕਰ ਦਿੱਤਾ ਗਿਆ ਆ, ਪਰ ਗੱਲ ਇੱਥੇ ਆਉਂਦੀ ਹੈ ਕਿ ਇੰਨੀ ਦੇਰ ਤੋਂ ਇਹਦੀ ਮੁਰੰਮਤ ਕਿਉਂ ਨਹੀਂ ਹੋਈ। ਗੱਲ ਕੀਤੀ ਜਾਵੇ 120 ਤੋਂ 30 ਸਾਲ ਤੋਂ ਉੱਪਰ ਹੋ ਚੁੱਕੇ ਨੇ ਇਸ ਪੁੱਲ ਨੂੰ ਬਣੇ ਹੋਏ, ਤੇ ਇਸ ਦੀ ਕੋਈ ਮੁਰੰਮਤ ਨਹੀਂ ਕੀਤੀ ਗਈ। ਇੱਕ ਵਾਰ ਤੁਹਾਨੂੰ ਮੈਂ ਇਸ ਪੁੱਲ ਦੀਆਂ ਥੱਲੇ ਦੀਆਂ ਤਸਵੀਰਾਂ ਵੀ ਸਾਂਝੀਆਂ ਕਰਾਂਗਾ, ਆਖਰ ਉਹ ਵੀ ਦਿਖਾਉਂਦੇ ਆ ਕਿ ਥੱਲੇ ਦੇ ਕੀ ਹਾਲ ਨੇ। ਬਿਲਕੁਲ ਦੋਸਤੋ, ਇਸ ਵੇਲੇ ਅਸੀਂ ਜਿਹੜਾ ਬ੍ਰਿਜ ਹੈ ਰੀਗੋ ਬ੍ਰਿਜ ਹੈ ਉਸ ਦੇ ਨੀਚੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ। ਤਾਂ ਇਸ ਵਕਤ ਤੁਸੀਂ ਹਾਲ ਦੇਖ ਸਕਦੇ ਹੋ, ਕਿਉਂਕਿ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਇਹ ਜਿਹੜਾ ਅੰਗਰੇਜ਼ਾਂ ਦੇ ਸਮੇਂ ਤੋਂ ਬਣਿਆ ਹੋਇਆ ਪੁੱਲ ਆ, ਤੇ ਇਸ ਦੀ ਮੁਰੰਮਤ ਹੈ ਜਿਹੜੀ ਤੁਹਾਨੂੰ ਉਹ ਵੀ ਦਿਖਾ ਦਿੰਦੇ ਕਿੰਨੀ ਕੁ ਕੀਤੀ ਗਈ ਆ। ਜਿਹੜੇ ਲੋਹੇ ਦੇ ਗਾਰਡਰ ਕਹਿ ਸਕਦੇ ਆ ਲੱਗੇ ਹੋਏ ਆ, ਇਹ ਉਸ ਤੋਂ ਬਾਅਦ ਲਗਾਏ ਗਏ ਸੀਗੇ, ਕੁਝ ਮੁਰੰਮਤ ਕੀਤੀ ਗਈ ਸੀਗੀ। ਪਰ ਕਿਤੇ ਨਾ ਕਿਤੇ ਹੁਣ ਇਸ ਜਿਹੜੀ ਕਹਿ ਸਕਦੇ ਆ ਪੁੱਲ ਆ ਬਜ਼ੁਰਗ ਹੋ ਚੁੱਕਿਆ ਆ, ਲੱਤਾਂ ਚੱਲਣ ਵਾਲੀਆਂ ਹੁਣ ਨਹੀਂ ਰਹੀਆਂ, ਤੇ ਕਿਤੇ ਨਾ ਕਿਤੇ ਹੁਣ ਇਹ ਵੀ ਡਿੱਗਣ ਦਾ ਕਾਰਨ ਬਣ ਰਿਹਾ ਹੈ। ਤੇ ਇਸ ਲਈ ਹੁਣ ਕਿਤੇ ਨਾ ਕਿਤੇ ਸਰਕਾਰ ਨੂੰ ਇਸ ਦਾ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ ਕਿ ਕਿਤੇ ਹੋਰ ਘਟਨਾ ਨਾ ਵਾਪਰੇ, ਕਿਉਂਕਿ ਭੰਡਾਰੀ ਪੁੱਲ ਦਾ ਵਾਕਿਆ ਵੀ ਤੁਹਾਨੂੰ ਪਹਿਲੇ ਸਾਂਝੇ ਕਰ ਚੁੱਕੇ ਹਾਂ ਕਿ ਜਿਹੜਾ ਪੁੱਲ ਡਿੱਗਿਆ ਸੀਗਾ ਭੰਡਾਰੀ ਪੁੱਲ ਵਾਲਾ, ਇੱਕ ਟਰੱਕ ਰੇਤਾ ਦਾ ਟਰੱਕ ਸੀਗਾ ਉਹ 'ਚ, ਤੇ ਰੇਤਾ ਦਾ ਟਰੱਕ ਹੈ ਜਿਹੜਾ ਉਹ ਪਲਟਣ ਕਰਕੇ ਡਿੱਗਿਆ ਸੀਗਾ। ਤਾਂ ਤੁਹਾਨੂੰ ਇੱਕ ਦੱਸ ਦਿੰਦੇ ਹਾਂ ਕਿ ਇੱਥੇ ਨਾਲ ਹੀ ਕਸਟਮ ਵਿਭਾਗ ਦਾ ਜਿਹੜਾ ਆਫਿਸ ਪੈਂਦਾ ਆ, ਬਿਲਕੁਲ ਇਹਦੇ ਨਾਲ ਹੀ ਪੈਂਦਾ ਆ। ਤੇ ਇੱਥੇ ਕਿਤੇ ਨਾ ਕਿਤੇ ਗੱਲ ਕਰੀਏ ਟ੍ਰੇਨ ਵੀ ਦੇਖੋ ਨੀਚੇ ਤੁਸੀਂ ਕਹਿ ਸਕਦੇ ਹੋ ਖੜੀਆਂ, ਤੇ ਵਿੱਚ ਜੇ ਅਗਰ ਸਵਾਰੀਆਂ ਹੋਣ ਕੱਲ੍ਹ ਨੂੰ ਜੇ ਕੋਈ ਘਟਨਾ ਵਾਪਰੇ ਤਾਂ ਕਿਤੇ ਨਾ ਕਿਤੇ ਉਹ ਇੱਕ ਵੱਡਾ ਉਹ ਕਾਰਨ ਬਣ ਸਕਦਾ ਆ। ਤੇ ਜ਼ਰੂਰ ਇੱਥੇ ਜਿਹੜੇ ਲੋਕੀ ਕੁਝ ਲੰਘ ਰਹੇ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ, ਜਿਹੜਾ ਇਹ ਰਸਤਾ ਜਾਂਦਾ ਆ, ਇਹ ਜਿਹੜਾ ਰਸਤਾ ਆ ਬਿਲਕੁਲ ਸਟੇਸ਼ਨ 'ਤੇ ਜਾ ਕੇ ਲੱਗਦਾ ਆ, ਤੇ ਦੂਜੇ ਪਾਸੇ ਜਿਹੜਾ ਰਸਤਾ ਹੈ ਉਹ ਅਟਾਰੀ ਨੂੰ ਹੁੰਦਾ ਹੋਇਆ ਸਟੇਸ਼ਨ 'ਤੇ ਲੱਗਦਾ। ਪਰ ਇੱਥੇ ਗੱਡੀਆਂ ਜਿਸ ਹਿਸਾਬ ਨਾਲ ਆਪਾਂ ਦੇਖ ਰਹੇ ਹਾਂ ਖੜੀਆਂ ਹੋਈਆਂ, ਤੇ ਕੁਝ ਲੋਕਾਂ ਨੇ ਆਪਣੇ ਇੱਥੇ ਮੋਟਰਸਾਈਕਲ ਵੀ ਖਿਲਾਰੇ ਹੋਏ ਨੇ। ਤਾਂ ਗੱਲ ਕਰੀਏ ਜੇਕਰ ਇਹ ਪੁੱਲ ਡਿੱਗਦਾ ਆ ਤੇ ਆਪਾਂ ਆਸ ਰੱਖਦੇ ਹਾਂ ਕਿ ਕੋਈ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਆ। ਤੇ ਕਿਤੇ ਨਾ ਕਿਤੇ ਕੈਮਰਾਮੈਨ ਨੂੰ ਮੈਂ ਕਹਾਂਗਾ ਇੱਕ ਵਾਰ ਇਸ ਪੁੱਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ। ਸਲਾਬ ਨਾਲ ਪੁੱਲ ਜਿਹੜਾ ਖਤਮ ਹੋ ਚੁੱਕਿਆ, ਤੇ ਸਰੀਏ ਤੱਕ ਵੀ ਪੁੱਲ ਦੇ ਬਾਹਰ ਆ ਚੁੱਕੇ ਆ। ਤੇ ਕੈਮਰਾਮੈਨ ਨੂੰ ਕਹਾਂਗਾ ਜ਼ੂਮ ਕਰਕੇ ਇੱਕ ਵਾਰ ਉਹਦੀਆਂ ਤਸਵੀਰਾਂ ਬਿਲਕੁਲ ਸਾਂਝੀਆਂ ਕੀਤੀਆਂ ਜਾਣ, ਤਾਂ ਜੋ ਤੁਸੀਂ ਟੀਵੀ ਸਕਰੀਨ ਤੇ ਆਪਣੇ ਸਹੀ ਤਰੀਕੇ ਨਾਲ ਦੇਖ ਸਕੋ। ਤਾਂ ਪੁੱਲ ਦੀਆਂ ਜਿਹੜੀਆਂ ਜਖਨਾ ਬਿਲਕੁਲ ਜਿਹੜੀ ਕਹਿ ਸਕਦੇ ਹਾਂ ਜਖਨਾ ਪੱਟ ਚੁੱਕੀ ਆ। ਹੁਣ ਇਸ ਪੁੱਲ ਨੂੰ ਵਾਕਈ ਮੁਰੰਮਤ ਹੋਣ ਦੀ ਲੋੜ ਆ। ਤੇ ਗੱਲ ਕੀਤੀ ਜਾਵੇ ਇਸ ਪੁੱਲ ਨੂੰ ਬਣੇ ਹੋਏ ਕਰੀਬ 120 ਤੋਂ ਉੱਪਰ ਸਾਲ ਹੋ ਚੁੱਕੇ ਆ, ਤੇ ਜ਼ਰੂਰ ਇੰਪਰੂਵਮੈਂਟ ਟਰਸਟ ਦੇ ਜਿਹੜੇ ਅਫਸਰ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ, ਆਖਿਰ ਕੀ ਕਹਿਣਾ ਹੈ ਉਹਨਾਂ ਦਾ।
ਇਹ ਜੀ ਜਿਹੜਾ ਗੁਜਰਾਤ ਵਿੱਚ ਪਿੱਛੇ ਜੇ ਮੋਰਬੀ ਪੁਲ ਦੀ ਟ੍ਰੈਜਡੀ ਹੋਈ ਉਸ ਤੋਂ ਬਾਅਦ ਮੇਰੇ ਧਿਆਨ ਵਿੱਚ ਆਇਆ ਕਿ ਸਾਡੇ ਸ਼ਹਿਰ 'ਚ ਜਿਹੜਾ ਰੀਗੋ ਬ੍ਰਿਜ ਹੈਗਾ ਇਹਦੀ ਵੀ ਸੇਫਟੀ ਨੂੰ ਲੈ ਕੇ ਕਾਫੀ ਕੰਸਰਨਸ ਰੇਜ਼ ਕੀਤੀਆਂ ਗਈਆਂ। ਮੈਂ ਇੱਕ ਕਮੇਟੀ ਦਾ ਗਠਨ ਕੀਤਾ ਸੀਗਾ ਐਸਡੀਐਮ ਸਾਹਿਬ ਦੀ ਪ੍ਰਧਾਨਗੀ ਵਿੱਚ। ਉਹਦੇ ਵਿੱਚ ਰੇਲਵੇਜ਼ ਦੇ ਨੁਮਾਇੰਦੇ, ਕਾਰਪੋਰੇਸ਼ਨ ਦੇ, ਇੰਪਰੂਵਮੈਂਟ ਟਰਸਟ ਦੇ, ਅਸੀਂ ਇੰਜੀਨੀਅਰਸ ਦੀ ਸਪੈਸ਼ਲਿਸਟ ਟੀਮ ਦੇ ਰਾਹੀਂ ਇੱਕ ਵਾਰੀ ਚੈਕਿੰਗ ਕਰਵਾਈ ਤੇ ਪਤਾ ਚੱਲਿਆ ਕਿ ਆਈਆਈਟੀ ਰੁੜਕੀ ਦੀ ਵੀ ਇੱਕ ਸਟੱਡੀ ਹੋਈ ਹੈ ਜਿਸ ਤੋਂ ਇਹ ਗੱਲ ਬਾਹਰ ਆਈ ਕਿ 1905 ਦਾ ਬਣਿਆ ਹੋਇਆ ਜਿਹੜਾ ਰੀਗੋ ਬ੍ਰਿਜ ਹੈ ਉਹਨੇ ਸਟਰਕਚਰਲੀ ਅਨਸੇਫ ਹੈਗਾ। ਇਹਨੂੰ ਰੈਨੋਵੇਸ਼ਨ ਜਾਂ ਇਹਦੀ ਰਿਪੇਅਰ ਨਹੀਂ ਕੀਤੀ ਜਾ ਸਕਦੀ, ਇਹਨੂੰ ਡਿਮੋਲਿਸ਼ ਕਰਕੇ ਇਹਦਾ ਨਵਾਂ ਹੀ ਬਣੂਗਾ। ਸੋ ਇਹਦਾ ਪੁਨਰ ਨਿਰਮਾਣ ਹੀ ਕਰਨਾ ਪੈਣਾ ਹੈ। ਉਹ ਪ੍ਰੋਜੈਕਟ ਪਹਿਲਾਂ ਵੀ ਰੇਲਵੇਜ਼ ਵੱਲੋਂ ਇੰਪਰੂਵਮੈਂਟ ਟਰਸਟ ਦੇ ਨਾਲ ਤੇ ਕਾਰਪੋਰੇਸ਼ਨ ਨਾਲ ਪਿਛਲੇ ਸਾਲਾਂ ਵਿੱਚ ਲਿਆ ਗਿਆ ਸੀਗਾ, ਬਟ ਕੁਝ ਫੰਡਿੰਗ ਦੀ ਕਮੀ ਹੋਣ ਕਰਕੇ ਇੰਪਰੂਵਮੈਂਟ ਟਰਸਟ ਉਹ ਜਿਹੜਾ ਹੈ ਗੋ ਥਰੂ ਨਹੀਂ ਕਰ ਪਾਇਆ। ਉਹ ਪੈਸਾ ਨਾ ਕਾਰਪੋਰੇਸ਼ਨ ਦੇ ਪਾਈ ਨਾ ਇੰਪਰੂਵਮੈਂਟ ਟਰਸਟ ਦੇ ਪਾਇਆ। ਹੁਣ ਅਸੀਂ ਫਿਰ ਇਹਦੇ 'ਚ ਫਾਈਨਲੀ ਇਹੀ ਡਿਸਾਈਡ ਕੀਤਾ ਕਿ ਵੀ ਹਿਊਮਨ ਲਾਈਵਸ ਨੂੰ ਬਚਾਉਣ ਲਈ ਇਸ ਬ੍ਰਿਜ ਦੀ ਆਵਾਜਾਈ ਤੇ ਜਿਹੜੀ ਹੈਵੀ ਵਹੀਕਲਸ ਹੈ ਉਹਨੂੰ ਰੋਕ ਦਿੱਤਾ ਜਾਵੇ। ਇਹ ਪਹਿਲਾਂ ਵੀ ਕਈ ਵਾਰੀ ਕੀਤਾ ਗਿਆ, ਉੱਥੇ ਗਰਡਰ ਲਗਾ ਕੇ ਵੀ ਰੋਕਿਆ ਜਾਂਦਾ ਸੀਗਾ, ਬਟ ਕੋਈ ਨਾ ਕੋਈ ਸ਼ਰਾਰਤੀ ਅੰਸ਼ਰ ਆ ਕੇ ਗਰਡਰ ਤੋੜ ਦਿੰਦਾ ਸੀਗਾ। ਤੇ ਐਤਕੀ ਅਸੀਂ ਮੈਂ ਸਪੈਸੀਫਿਕਲੀ ਆਰਡਰ ਕੀਤਾ ਹੈ, ਸਖਤੀ ਨਾਲ ਅਸੀਂ ਇੰਪਲੀਮੈਂਟ ਕਰਨਾ ਹੈ। ਜੇ ਕੋਈ ਵੀ ਉੱਥੇ ਜੋ ਗਰਡਰਸ ਲੱਗਣਗੇ ਜਾਂ ਜੋ ਵੀ ਮੈਕੈਨਿਜ਼ਮ ਉੱਥੇ ਲੱਗੂਗਾ ਹੈਵੀ ਵਹੀਕਲ ਮੂਵਮੈਂਟ ਨੂੰ ਰੋਕਣ ਲਈ, ਉਹਨੂੰ ਡਿਸਟਰੋਏ ਕਰਦਾ ਤਾਂ ਉਹਨੂੰ ਪਬਲਿਕ ਪ੍ਰਾਪਰਟੀ ਨੂੰ ਡਿਸਟਰਕਸ਼ਨ ਕਰਨ ਲਈ ਨਾ ਕੇਵਲ ਉਹਦੇ ਤੇ ਪਰਚਾ ਦਿੱਤਾ ਜਾਊਗਾ ਪਰ ਉਸ ਤੋਂ ਰਿਕਵਰੀ ਵੀ ਕੀਤੀ ਜਾਊਗੀ। ਐਂਡ ਜਿਹੜੀ ਲਾਈਟ ਵਹੀਕਲਸ ਹੈ ਉਹ ਅਸੀਂ ਫਿਲਹਾਲ ਉੱਥੇ ਅਲਾਉ ਕੀਤੀਆਂ, 2 ਵੀਲਰਸ ਤੇ ਲਾਈਟ ਵਹੀਕਲਸ। ਮੇਰੀ ਬੇਨਤੀ ਹੈਗੀ ਹੈ ਸਾਰੇ ਜਿਹੜੇ ਸ਼ਹਿਰ ਦੇ ਵਾਸੀ ਇਸ ਬ੍ਰਿਜ ਨੂੰ ਯੂਜ਼ ਕਰਦੇ ਆ, ਇਹ ਲਾਈਫਲਾਈਨ ਹੈ ਇੱਕ ਤਰ੍ਹਾਂ ਤੋਂ ਸ਼ਹਿਰ ਦੀ, ਅੰਮ੍ਰਿਤਸਰ ਦੀ, ਪਰ ਅਸੀਂ ਇਹਦਾ ਆਲਟਰਨੇਟ ਡੀਟੂਰ ਵੀ ਬਣਾ ਲਿਆ ਹੈਗਾ। 1.5 ਕਿਲੋਮੀਟਰ ਦਾ ਫਰਕ ਪੈਂਦਾ ਹੈਗਾ ਪਬਲਿਕ ਨੂੰ। ਉਹ 1.5 ਕਿਲੋਮੀਟਰ ਆਪਣੀ ਜਾਨ ਤੋਂ ਜ਼ਿਆਦਾ ਨਹੀਂ ਹੋ ਸਕਦਾ। ਸੋ ਕਿਰਪਾ ਕਰਕੇ ਘੱਟ ਤੋਂ ਘੱਟ ਇਸ ਬ੍ਰਿਜ ਦਾ ਯੂਜ਼ ਕਰੋ। ਇਸ ਦੇ ਨਾਲ ਹੀ ਅਸੀਂ ਰੇਲਵੇਜ਼ ਨਾਲ ਵੀ ਇਸ ਨੂੰ ਟੇਕਅਪ ਦੁਬਾਰਾ ਕੀਤਾ ਹੈ। ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਉਹ ਇਹਨੂੰ ਆਪਣੇ ਰੈਗੂਲਰ ਬਜਟ ਵਿੱਚ ਪ੍ਰਾਇੋਰਟੀ ਪ੍ਰੋਜੈਕਟ ਦੀ ਤਰ੍ਹਾਂ ਲੈ ਲੈਣ। ਇਹਦੇ ਵਿੱਚ ਮਾਨਯੋਗ ਮੈਂਬਰ ਆਫ ਪਾਰਲੀਮੈਂਟ ਸਾਡੇ ਜਿਹੜੇ ਮਾਨਯੋਗ ਆਨਰੇਬਲ ਮਿਨਿਸਟਰ ਜਿਹੜੇ ਸਾਡੇ ਇੱਥੇ ਨਿੱਜਰ ਸਰ ਹੈਗੇ ਨੇ ਤੇ ਔਜਲਾ ਸਰ ਹੈਗੇ ਨੇ, ਉਹਨਾਂ ਨੂੰ ਅਸੀਂ ਦੋਵਾਂ ਨੂੰ ਬੇਨਤੀ ਕਰ ਚੁੱਕੇ ਹਾਂ ਕਿ ਇਸ ਮੈਟਰ ਨੂੰ ਗਵਰਨਮੈਂਟ ਆਫ ਇੰਡੀਆ ਦੇ ਲੈਵਲ ਤੇ ਮਿਨਿਸਟਰੀ ਆਫ ਰੇਲਵੇਜ਼ ਨਾਲ ਡਾਇਰੈਕਟਲੀ ਟੇਕਅਪ ਕੀਤਾ ਜਾਵੇ। ਅਤੇ ਮੈਨੂੰ ਉਮੀਦ ਹੈ ਕਿ ਰੇਲਵੇਜ਼ ਜੇ ਇਹਨੂੰ ਪ੍ਰਾਇੋਰਟੀ ਉਹਦੇ ਵਿੱਚ ਪਾਸ ਕਰ ਦਿੰਦੀ ਹੈ ਤਾਂ ਵਿਦਿਨ ਅ ਈਅਰ ਔਰ ਸੋ ਅਸੀਂ ਇਹਨੂੰ ਡਿਮੋਲਿਸ਼ ਹੋ ਕੇ ਨਵਾਂ ਬ੍ਰਿਜ ਇੱਥੇ ਬਣਦਾ ਦੇਖਾਂਗੇ। ਇਨ ਦਾ ਮੀਨ ਟਾਈਮ ਜਿਹੜੇ ਸ਼ਹਿਰ ਦੇ ਸਾਡੇ 2 ਹੋਰ ਆਰਓਬੀਜ਼ ਹੈਗੇ ਆ, ਇੱਕ 22 ਨੰਬਰ ਫਾਟਕ ਤੇ ਇੱਕ ਵੱਲਾ ਵਾਲੀ ਸਾਈਡ ਤੇ, ਉਹ ਵੀ ਬਾਈ ਮਿਡ ਆਫ ਫੈਬਰਰੀ ਵੀ ਆਰ ਐਕਸਪੈਕਟਿੰਗ। ਵੈਸੇ ਤਾਂ ਟਾਰਗੇਟ ਡੇਟ ਅਸੀਂ 26 ਜਨਵਰੀ ਲੈ ਕੇ ਚੱਲੇ ਸੀ, ਬਟ ਐਟ ਦਾ ਮੈਕਸਿਮਮ ਵੀ ਆਰ ਐਕਸਪੈਕਟਿੰਗ ਬਾਈ ਮਿਡ ਆਫ ਫੈਬ ਉਹ ਦੋਵੇਂ ਚਾਲੂ ਹੋ ਜਾਣਗੇ। ਉਹਦੇ ਨਾਲ ਵੀ ਟ੍ਰੈਫਿਕ ਕੰਜੈਸ਼ਨ ਵਿੱਚ ਕਾਫੀ ਫਰਕ ਪਊਗਾ। ਸਰ ਉਸ ਪਾਸੇ ਜਿਹੜੇ ਝੁੱਗੀ ਜੋਗਾਂ ਨੂੰ ਲੈ ਕੇ ਦੇਖੋ ਜੀ, ਫਿਲਹਾਲ ਤਾਂ ਜਿਹੜੀ ਇਸ ਮੂਵਮੈਂਟ, ਇਹ ਬ੍ਰਿਜ ਖੜਾ ਕੋਲੈਪਸ ਨਹੀਂ ਕਰੂਗਾ। ਇਹਦੇ ਤੇ ਜੇ ਮੂਵਮੈਂਟ ਹੋਊਗੀ, ਜੇ ਭਾਰ ਪਊਗਾ ਤਾਂ ਉਹ ਪ੍ਰੋਸੈਸ ਹੇਸਨ ਹੋਣ ਦੀ ਜ਼ਿਆਦਾ ਉਹ ਹੈਗੀ ਹੈ। ਅਸੀਂ ਰੇਲਵੇਜ਼ ਨੂੰ ਵੀ ਕਿਹਾ ਸੀਗਾ ਕਿ ਵੀ ਐਟਲੀਸਟ ਇਹਨੂੰ ਨੀਚੋਂ ਇੰਨਾ ਕੁ ਰੀਇਨਫੋਰਸ ਕਰ ਦਿਓ ਕਿ ਵੀ ਸਟੈਂਡਿੰਗ ਨਾ ਕੋਲੈਪਸ ਕਰ ਜੇ। ਸਾਡੀ ਤਾਂ ਸਾਰਿਆਂ ਨੂੰ ਇਹੀ ਹਦਾਇਤ ਹੈਗੀ ਹੈ ਕਿ ਤੁਸੀਂ ਆਪਣੀ ਜਾਨ ਦੀ ਉਹਨੂੰ ਬਚਾਵ ਨੂੰ ਰੱਖਦੇ ਹੋਏ ਇਸ ਤੋਂ ਜਿੰਨਾ ਕੁ ਆਪਣੀ ਦੂਰੀ ਤੇ ਰਹਿ ਸਕਦੇ ਹਾਂ ਉੱਥੇ ਲੈ ਕੇ ਜਾਈਏ। ਫਿਲਹਾਲ ਅਸੀਂ ਕਿਸੇ ਝੁੱਗੀ ਚੋਪੜੀ ਵਾਲੇ ਨੂੰ ਉੱਥੋਂ ਨਹੀਂ ਹਟਾ ਰਹੇ, ਬਟ ਉਹਨਾਂ ਨੂੰ ਸਾਰਿਆਂ ਨੂੰ ਇਹਤਿਆਤ ਵਰਤਣ ਲਈ ਜ਼ਰੂਰ ਤੁਹਾਡੇ ਰਾਹੀਂ ਵੀ ਮੈਂ ਅਪੀਲ ਕਰਾਂਗਾ। ਤੋਂ ਇੰਪਰੂਵਮੈਂਟ ਟਰਸਟ ਦੇ ਜਿਹੜੇ ਅਫਸਰ ਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ। ਉਹਨਾਂ ਦਾ ਵੀ ਕਹਿਣਾ ਆ ਕਿ ਇਸ ਤੋਂ ਪਹਿਲੇ ਅਸੀਂ ਕਾਫੀ ਜਿਹੜੇ ਗਾਰਡਰ ਆ ਉਹ ਵੀ ਲਗਾਏ ਸੀਗੇ, ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਿਹੜੇ ਗਾਰਡਰ ਆ ਹਟਾ ਦਿੱਤੇ ਜਾਂਦੇ ਸੀਗੇ। ਪਰ ਹੁਣ ਉਹਨਾਂ ਨੇ ਸਖਤ ਇਹ ਵੀ ਗੱਲ ਕਹਿ ਦਿੱਤੀ ਗਈ ਹੈ ਕਿ ਜੇਕਰ ਹੁਣ ਕੋਈ ਇੱਦਾਂ ਦਾ ਚੀਜ਼ ਜਿਹੜੀ ਹੈ ਡਿਸਟਰੋਏ ਕਰਦਾ, ਕੋਈ ਸ਼ਰਾਰਤੀ ਅਨਸਰ ਨਜ਼ਰ ਆਉਂਦਾ ਤੇ ਉਹਦੇ ਤੇ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾਏਗੀ। ਦੂਜੇ ਪਾਸੇ ਜਿਹੜੀ ਇਸ ਪੁਲ ਦੀ ਗੱਲ ਕੀਤੀ ਗਈ ਹੈ, ਇਸ ਪੁਲ ਨੂੰ ਰੈਨੋਵੇਸ਼ਨ ਦੇ ਵਿੱਚ ਨਹੀਂ ਪਾਇਆ ਜਾਏਗਾ ਕਿਉਂਕਿ ਕਾਫੀ ਇੰਜੀਨੀਅਰਿੰਗ ਦੀ ਜਿਹੜੀ ਟੀਮ ਹੈ ਉਹਨਾਂ ਵੱਲੋਂ ਚੈਕਿੰਗ ਕੀਤੀ ਗਈ ਆ। ਆਈਟੀ ਰੁੜਕੀ ਦੇ ਕੁਝ ਉਹਨਾਂ ਵੱਲੋਂ ਟੀਮ ਸੀਗੀ, ਚੈਕਿੰਗ ਕੀਤੀ ਗਈ ਆ। ਇਸ ਨੂੰ ਬਿਲਕੁਲ ਹੀ ਰੈਨੋਵੇਸ਼ਨ ਦੇ ਵਿੱਚ ਨਹੀਂ ਪਾਇਆ ਜਾਏਗਾ ਕਿਉਂਕਿ ਜਿਹੜੀ ਇਹਦੇ ਹਾਲਾਤ ਨੇ ਬਿਲਕੁਲ ਖਤਮ ਹੋ ਚੁੱਕੇ ਨੇ। 1905 ਦਾ ਜਿਹੜਾ ਇਹ ਬ੍ਰਿਜ ਬਣਿਆ ਹੋਇਆ, ਕਾਫੀ ਸਾਲ ਹੋ ਚੁੱਕੇ ਆ ਤੇ ਇਸ ਦੀ ਜਿਹੜੀ ਫੰਡਿੰਗ ਆ ਉਹ ਵੀ ਅਜੇ ਇੰਪਰੂਵਮੈਂਟ ਟਰਸਟ ਦੇ ਜਿਹੜੇ ਕਾਰਪੋਰੇਸ਼ਨ ਆ ਉਹਦੇ ਕੋਲ ਨਹੀਂ ਹੈਗੀ। ਤੇ ਇਸ ਵਕਤ ਹੁਣ ਦੇਖਣਾ ਹੋਏਗਾ ਕਿ ਇਹਦੀ ਜਿਹੜੀ ਮੁਰੰਮਤ ਉਹ ਖਤਮ ਮੁਨਿਆਦ ਹੈ ਜਿਹੜੀ ਖਤਮ ਕਦੋਂ ਹੁੰਦੀ ਆ ਤੇ ਕਦੋਂ ਇਹ ਪੁਲ ਦੀ ਨਵੀਂ ਸ਼ੁਰੂਆਤ ਕੀਤੀ ਜਾਂਦੀ ਆ। ਮੈਂ ਸਿਮਰਦੀਪ ਸਿੰਘ ਸਕਰੋਲ, ਪੰਜਾਬ, ਅੰਮ੍ਰਿਤਸਰ।